लोगों ਨੂੰ ਹਾਲੇ ਤੱਕ ਸਮਝ ਹੀ ਨਹੀਂ ਆਏਗੀ ਵੀ ਆਮ ਆਦਮੀ ਪਾਰਟੀ ਦੇ ਜਿਹੜੇ ਮੁੱਦੇ ਨੇ 3 ਮਹੀਨੇ 4 ਮਹੀਨੇ ਪਹਿਲਾਂ ਗੱਲ ਕੀਤੀ ਉਹ ਮੁੱਦਿਆਂ ਤੇ ਨਹੀਂ ਗੱਲ ਕੀਤੀ ਹੁਣ ਵਾਲੇ ਮੁੱਦਿਆਂ ਤੇ ਕਿਹੜੇ ਵੇਲੇ ਗੱਲ ਕਰਨਗੇ ਉਹ ਤਾਂ ਆਪਦੇ ਜਿਹੜੇ ਪਹਿਲਾਂ ਉਹਨਾਂ ਨੇ ਵਾਅਦੇ ਕੀਤੇ ਨੇ ਲੋਕਾਂ ਨਾਲ ਉਹਦੀ ਗੱਲ ਹੀ ਨਹੀਂ ਕਰਦੇ ਕਿ ਉਹ ਤਾਂ ਕਿਸੇ ਹੋਰ ਰਸਤੇ ਤੁਰ ਪਏ ਨਾ ਤਾਂ ਉਹ ਜਿਹੜੇ ਉਹਨਾਂ ਨੇ 35000 ਬੰਦਾ ਪੱਕਾ ਕਰਨਾ ਸੀ ਉਹਦੀ ਗੱਲ ਕੀਤੀ ਨਾ ਡਰੱਗਸ ਦੀ ਗੱਲ ਕਰਨ ਨਾ 1000 ਰੁਪਏ ਦੀ ਗੱਲ ਕਰਨ ਨਾ ਬਿਜਲੀ ਦੀ ਗੱਲ ਕਰਨ ਲਾਅ ਐਂਡ ਆਰਡਰ ਜਿਹੜਾ ਛਿੱਕੇ ਟੰਗਿਆ ਗਿਆ ਇਹ ਬੜੀਆਂ ਗੱਲਾਂ ਕਰਦਾ ਨਾ ਜਿਹੜਾ ਪਹਿਲਾਂ ਤਾਂ ਰਾਜਾ ਰੂਜਾ ਹੈ ਹੀ ਕੋਈ ਨਹੀਂ ਹਾਲੇ ਵੀ ਉਦੋਂ ਗੱਲ ਕਰਦਾ ਸੀ ਕਿ ਮੈਂ ਇਸ ਤਰ੍ਹਾਂ ਦੀ ਗੱਲ ਵੀ 25000 ਵੋਟ ਨਹੀਂ ਮਿਲਦੀ ਕੋਈ ਗੱਲ ਨਹੀਂ ਰਿਜ਼ਲਟ ਤਾਂ 26 ਤਰੀਕ ਨੂੰ ਪਤਾ ਹੀ ਲੱਗ ਜਾਣਾ लेकिन कांग्रेस एक उस हालात से आ चुकी है जिथे वेंटीलेटर से लगी हुई है ये 18 दी 8 ਤਾਂ ਰਹਿ ਜਾਣ ਤੇ ਡਬਲ ਫਿਗਰ ਚ ਤਾਂ ਆਉਂਦੀ ਨਹੀਂ ਅਗਲੀ ਦਫਾ ਸੋ ਇਹ ਬਹੁਤ ਮਾੜਾ ਹਾਲ ਹੈ ਕਾਨੂੰਨ ਵਿਵਸਥਾ ਤੇ ਆਰਥਿਕ ਹਾਲਤ ਬਹੁਤ ਮਾੜੀ ਮਤਲਬ ਉਹ ਤਾਂ ਜਿਵੇਂ ਆਪਾਂ ਕਹਿੰਦੇ ਕਿ ICU ਚ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਹਾਂ ਨੀਰੂ ਪਿਚਲਵਾਨ ਸੰਗਰੂਰ ਹੋਟ ਸੀਟ ਲਈ ਹਰ ਪਾਰਟੀ ਹਰ ਉਮੀਦਵਾਰ ਜੋ ਲਗਾ ਲਿਆ ਤੇ ਭਾਜਪਾ ਦੇ ਦੋ ਉੱਗੇ ਜੇ ਉਮੀਦਵਾਰ ਨੇ ਸਾਡੇ ਨਾਲ ਮੌਜੂਦ ਨੇ ਅਗਰ ਕੇਵਲ ਸਿੰਘ ਢਿੱਲੋਂ ਦੀ ਗੱਲ ਕਰੀਏ ਭਾਜਪਾ 'ਚ ਹੁਣੇ ਸ਼ਾਮਿਲ ਹੋਏ ਤੇ ਜਿਮਣੀ ਚੋਣ ਨੂੰ ਲੈ ਕੇ ਪੂਰੀ ਤਿਆਰੀ ਹੈ ਰਾਣਾ ਸੋਢੀ ਜੀ ਤੁਸੀਂ ਪੂਰੇ ਇਹਨਾਂ ਨੂੰ ਹਿਮਾਇਤ ਦੇ ਰਹੇ ਹੋ ਕੱਲ ਜਾਖੜ ਸਾਹਿਬ ਵੀ ਪਹੁੰਚੇ ਸੀ ਤੇ ਹੁਣ ਜਦ ਆਪਾਂ ਸੰਗਰੂਰ ਹੋਟ ਸੀਟ ਦੀ ਗੱਲ ਕਰਦੇ ਨੇ ਮੁੱਦੇ ਕੇਵਲ ਢਿੱਲੋਂ ਸਾਹਿਬ ਕਹਿ ਰਹੇ ਸੀ ਕਿ ਪਿਛਲੀ ਵਾਰ ਆਪਾਂ ਮੁੱਦੇ ਉਹ ਲੈ ਕੇ ਆਣਗੇ ਜੇ ਲੋਕਾਂ ਲਈ ਇੰਡਸਟਰੀ ਲਈ ਫਾਇਦੇਮੰਦ ਹੋਣਗੇ ਹੁਣ ਮੁੱਦੇ ਆਮ ਆਦਮੀ ਪਾਰਟੀ ਵੀ ਲੈ ਕੇ ਆ ਰਹੀ ਹੈ ਅਕਾਲੀ ਦਲ ਵੀ ਲੈ ਕੇ ਆ ਰਿਹਾ ਉਹਨਾਂ ਨੂੰ ਕਿਵੇਂ ਦੇਖਦੇ ਹੋ ਦੇਖੋ ਜਿਹੜੇ ਅਕਾਲੀ ਦਲ ਮੁੱਦੇ ਲੈ ਕੇ ਆ ਰਿਹਾ ਜਾਂ ਆਮ ਆਦਮੀ ਪਾਰਟੀ ਮੁੱਦੇ ਲੈ ਕੇ ਆ ਰਿਹਾ ਉਹ ਲੋਕਾਂ ਨੂੰ ਹਾਲੇ ਤੱਕ ਸਮਝ ਹੀ ਨਹੀਂ ਆਏਗੀ ਵੀ ਆਮ ਆਦਮੀ ਪਾਰਟੀ ਦੇ ਜਿਹੜੇ ਮੁੱਦੇ ਨੇ ਉਹਨਾਂ ਨੇ ਜਿਹੜੇ 3 ਮਹੀਨੇ 4 ਮਹੀਨੇ ਪਹਿਲਾਂ ਗੱਲ ਕੀਤੀ ਉਹ ਮੁੱਦਿਆਂ ਤੇ ਨਹੀਂ ਗੱਲ ਕੀਤੀ ਹੁਣ ਵਾਲੇ ਮੁੱਦਿਆਂ ਤੇ ਕਿਹੜੇ ਵੇਲੇ ਗੱਲ ਕਰਨਗੇ ਕੇਵਲ ਢਿੱਲੋਂ ਜੀ ਜੇ ਕੋਈ ਕਿਸੇ ਮੁੱਦੇ ਦੀ ਗੱਲ ਕਰ ਰਹੇ ਨੇ ਉਹਦੀ ਇੱਕ ਵਜ੍ਹਾ ਹੈ ਸੈਂਟਰ 'ਚ ਸਰਕਾਰ ਕਿਹਦੀ ਹੈ ਕੇਵਲ ਢਿੱਲੋਂ ਜੀ ਦੀ ਪਾਰਟੀ ਦੀ ਭਾਰਤੀ ਜਨਤਾ ਪਾਰਟੀ ਦੀ ਜਿਨ੍ਹਾਂ ਨੇ ਇਹਨਾਂ ਨੂੰ ਪ੍ਰਤਿਆਸ਼ੀ ਬਣਾਇਆ ਤੇ ਇਹ ਤਾਂ ਮੁੱਦੇ ਦੀ ਗੱਲ ਕਰਨ ਉਹ ਮੁੱਦੇ ਤੇ ਉਹਨਾਂ ਦੇ ਕੋਲ ਕਿਹੜਾ ਮੁੱਦਾ ਉਹ ਤਾਂ ਆਪਦੇ ਜਿਹੜੇ ਪਹਿਲਾਂ ਉਹਨਾਂ ਨੇ ਵਾਅਦੇ ਕੀਤੇ ਨੇ ਲੋਕਾਂ ਨਾਲ ਉਹਦੀ ਗੱਲ ਹੀ ਨਹੀਂ ਕਰਦੇ ਕਿ ਉਹ ਤਾਂ ਕਿਸੇ ਹੋਰ ਰਸਤੇ ਤੁਰ ਪਏ ਨਾ ਤਾਂ ਉਹ ਜਿਹੜੇ ਉਹਨਾਂ ਨੇ 35000 ਬੰਦਾ ਪੱਕਾ ਕਰਨਾ ਸੀ ਉਹਦੀ ਗੱਲ ਕੀਤੀ ਨਾ ਡਰੱਗਸ ਦੀ ਗੱਲ ਕਰਨ ਨਾ 1000 ਰੁਪਏ ਦੀ ਗੱਲ ਕਰਨ ਨਾ ਬਿਜਲੀ ਦੀ ਗੱਲ ਕਰਨ ਲਾਅ ਐਂਡ ਆਰਡਰ ਜਿਹੜਾ ਛਿੱਕੇ ਟੰਗਿਆ ਗਿਆ ਤੇ ਕਿਹੜੇ ਮੁੱਦਿਆਂ ਦੀ ਗੱਲ ਕਰਦੇ ਨੇ ਲੋਕ ਸਭ ਸਮਝਦਾਰ ਨੇ ਲੋਕਾਂ ਨੇ ਨਹੀਂ ਇਤਬਾਰ ਕਰਨਾ ਐਤਕੀ ਢਿੱਲੋਂ ਸਾਹਿਬ ਤੁਸੀਂ ਕੀ ਸੋਚਦੇ ਹੋ ਕਿਉਂਕਿ ਤੁਸੀਂ ਹਮੇਸ਼ਾ ਮੁੱਦੇ ਕਹਿੰਦੇ ਹੋ ਕਿ ਲੋਕ ਭਲਾਈ ਦੇ ਮੁੱਦੇ ਹੋਣੇ ਚਾਹੀਦੇ ਨੇ ਲੇਕਿਨ ਪੰਥਕ ਧਿਰ ਅਗਰ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕੀਤੀ ਜਾਏ ਅਕਾਲੀ ਦਲ ਅੰਮ੍ਰਿਤਸਰ ਸਿਮਰਜੀਤ ਸਿੰਘ ਮਾਨ ਦੀ ਗੱਲ ਕੀਤੀ ਜਾਵੇ ਉਹ ਕਹਿੰਦੇ ਨੇ ਕਿ ਬੰਦੀ ਸਿੰਘਾਂ ਦੀ ਰਿਹਾਈ ਬਹੁਤ ਇੰਪੋਰਟੈਂਟ ਹੈ ਉਹ ਮੁੱਦਾ ਆਪਾਂ ਸੰਸਦ ਦੇ ਵਿੱਚ ਲੈ ਕੇ ਜਾਵਾਂਗੇ ਉਸ ਉੱਤੇ ਚੋਣ ਲੜ ਰਹੇ ਨੇ ਤੁਸੀਂ ਕਿੰਨਾ ਕਰ ਇਸ ਦੇ ਹਿੱਤ ਦੇ ਵਿੱਚ ਹੋ ਕਿੰਨਾ ਕੁ ਸੋਚਦੇ ਹੋ ਇਸ ਪਾਸੇ ਪਹਿਲੀ ਤਾਂ ਗੱਲ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਜਿਹੜੀ ਗੱਲ ਤੋਂ ਤੁਹਾਡੇ ਸਾਹਿਬ ਤੋਂ ਪੁੱਛਿਆ ਵੀ ਤੁਹਾਡਾ ਮੁੱਦਾ ਕੀ ਹੈ ਸਾਡਾ ਤਾਂ ਮੁੱਦਾ ਕਾਨੂੰਨ ਵਿਵਸਥਾ ਦੂਜੀ ਪਾਰਟੀਆਂ ਮੁੱਦਾ ਨਹੀਂ ਦੱਸ ਰਹੀਆਂ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਪਹਿਲਾਂ ਵੀ ਕਿਹਾ ਸੀ ਕਿ ਹਰੇਕ ਉਮੀਦਵਾਰ ਆਪ ਦਾ ਮੁੱਦਾ ਦੱਸੇ ਮੁੱਦੇ ਤਾਂ ਉਹਨਾਂ ਦੇ ਕ੍ਰੀਏਟ ਕੀਤੇ ਆ ਜਿਹੜੀ ਕਾਨੂੰਨ ਵਿਵਸਥਾ ਅਸੀਂ ਕਹਿੰਦੇ ਆ ਉਹ ਤਾਂ ਕ੍ਰੀਏਟ ਹੀ ਉਹਨਾਂ ਕਰਕੇ ਹੋਈ ਆ ਉਹ ਆਪਦੇ ਮੁੱਦਿਆਂ ਨੂੰ ਕਿਵੇਂ ਦੱਸਣਗੇ ਉਹਨਾਂ ਕੋਲ ਮੁੱਦਾ ਹੈ ਹੀ ਕੋਈ ਨਹੀਂ ਜਿਹੜੇ ਮੁੱਦੇ ਇਸ ਵੇਲੇ ਅਸੀਂ ਦੱਸ ਰਹੇ ਆ ਇਹ ਇਸੇ ਪਾਰਟੀ ਨੇ ਕ੍ਰੀਏਟ ਕੀਤੀਆਂ ਹੋਈਆਂ ਕਾਨੂੰਨ ਵਿਵਸਥਾ ਜਿਹੜੇ ਰੋਜ਼ ਕਤਲ ਹੋ ਰਹੇ ਆ ਇਸੇ ਪਾਰਟੀ ਦੇ ਨੇ ਇਹ ਆਪਦੀ ਬਦਖੋਈ ਜਾਂ ਆਪਦੇ ਮੁੱਦੇ ਕਿਵੇਂ ਦੱਸਣਗੇ ਜਿਵੇਂ ਅਸੀਂ ਦੱਸਦੇ ਆ ਆਰਥਿਕ ਹਾਲਤ ਦਾ ਮੁੱਦਾ ਪੰਜਾਬ ਦੇ ਲਈ 50000 ਕਰੋੜ ਮੰਗਣ ਚਲੇ ਗਏ 3 ਲੱਖ ਕਰੋੜ ਦਾ ਪਹਿਲਾ ਕਰਜ਼ਾ ਇਹ ਦੱਸਣਾ ਵੀ ਕਰਜ਼ੇ ਨੂੰ ਕਿਵੇਂ ਤਾਰਨਗੇ ਇਹ ਆਪਦੀ ਗੱਲ ਕਰਨ ਕੋਈ ਆਪਦੀ ਗੱਲ ਵੀ ਕਰਦਾ ਹੁੰਦਾ ਇਸ ਦੇ ਵਿੱਚ ਆਪਾਂ ਕੱਲ ਅਮਨ ਅਰੋੜਾ ਨਾਲ ਗੱਲਬਾਤ ਕੀਤੀ ਸੀ ਉਹਨਾਂ ਨੇ ਕਿਹਾ ਕਿਤੇ ਨਾ ਕਿਤੇ ਇਹ ਜੇ ਗੈਂਗਸਟਰ ਕਲਚਰ ਹੈ ਜੇ ਕਾਨੂੰਨ ਵਿਵਸਥਾ ਦੀ ਹੁਣ ਗੱਲ ਕਰ ਰਹੇ ਨੇ ਇਹ ਦੇਣ ਤਾਂ ਅਕਾਲੀਆਂ ਤੇ ਕਾਂਗਰਸ ਦੀ ਨੇ ਦੇਖੋ ਮੇਰੀ ਗੱਲ ਸੁਣੋ ਮੈਂ ਬੜਾ ਸਪਸ਼ਟ ਹਾਂ ਮੈਂ ਪਹਿਲੇ ਦਿਨ ਕਿਹਾ ਸੀ ਕਿ ਜਿਹੜਾ ਪੰਜਾਬ ਦੇ ਲੋਕਾਂ ਨੂੰ ਗੈਂਗਸਟਰ ਕਹਿੰਦਾ ਜਾਂ ਪੰਜਾਬ ਦੇ ਲੋਕਾਂ ਨੂੰ ਨਸ਼ੇੜੀ ਕਹਿੰਦਾ ਮੈਂ ਚੇਤਾਵਨੀ ਦਿੱਤੀ ਸੀ ਕਿ ਬੰਦ ਕਰ ਦਿਓ ਪੰਜਾਬ ਦੇ ਲੋਕ ਬਹੁਤ ਮਿਹਨਤੀ ਨੇ ਸਾਰੀ ਦੁਨੀਆ 'ਚ ਨਾਂ ਕਮਾਇਆ ਸਿਰਫ ਇਹ ਸਿਆਸਤਦਾਨਾਂ ਦੇ ਕਸੂਰ ਆ ਜਿਹੜਾ ਅੱਜ ਇਹ ਗੈਂਗਸਟਰ ਵਾਰ ਕਹਿ ਰਿਹਾ ਜਾਂ ਲੜਾਈ ਝਗੜਾ ਹੋ ਰਿਹਾ ਜਾਂ ਲਾਅ ਐਂਡ ਆਰਡਰ ਆ ਅੱਜ ਦੀ ਸਰਕਾਰ ਇਹਦੀ ਜ਼ਿੰਮੇਵਾਰ ਜੇ ਇੱਥੋਂ ਦੀ ਆਰਥਿਕ ਹਾਲਤ ਆ ਜਿਹੜੀਆਂ ਪਿਛਲੀਆਂ ਸਰਕਾਰਾਂ ਰਹੀਆਂ ਚਾਹੇ ਅਕਾਲੀ ਦਲ ਦੀ ਰਹੀ ਕਾਂਗਰਸ ਦੀ ਰਹੀ ਉਹ ਜ਼ਿੰਮੇਵਾਰ ਨੇ ਸੋ ਇਹ ਲੋਕ ਨਹੀਂ ਇਹ ਪਾਰਟੀਆਂ ਵਾਲੇ ਜਿਹੜੇ ਗੱਲਾਂ ਕਰ ਰਹੇ ਆ ਇਹੀ ਗਲਤ ਆ ਇਹ ਜ਼ਿੰਮੇਵਾਰ ਨੇ ਇਹਨਾਂ ਦੀ ਜ਼ਿੰਮੇਵਾਰੀ ਲੋਕ ਵਿਚਾਰੇ ਭੁਗਤ ਰਿਹਾ ਪੰਜਾਬੀਆਂ ਦਾ ਕੋਈ ਕਸੂਰ ਨਹੀਂ
ਪੰਜਾਬੀ ਤਾਂ ਨੰਬਰ 1 ਮਿਹਨਤੀ ਆ, ਦੇਸ਼ ਦੁਨੀਆ ਤੇ ਲੰਗਰ ਲਾਉਣਾ, ਤਕਲੀਫ ਵਿੱਚ ਕੰਮ ਕਰਨਾ, ਇੰਡਸਟਰੀ ਲਾਉਣੀ, ਜਿੱਥੇ ਵੀ ਗਿਆ ਚਾਹੇ ਵਰਲਡ 'ਚ ਕਿਤੇ ਗਿਆ ਨੰਬਰ 1 ਰਹੇ ਆ। ਆਪਦੀਆਂ ਕਮਜ਼ੋਰੀਆਂ ਨੂੰ ਦੂਜਿਆਂ ਤੇ ਸਿੱਟਣ ਲਈ ਇਹ ਲੋਕੀ ਇਹ ਪੰਜਾਬੀਆਂ ਉੱਪਰ ਲਾ ਰਹੇ ਆ। ਅੱਛਾ, ਇੱਕ ਇਹ ਵੀ ਹੈਗਾ ਕਿਉਂਕਿ ਤੁਸੀਂ ਦੋਨੋਂ ਐਕਸ ਕਾਂਗਰਸੀ ਹੋ। ਰਾਜਾ ਵੜਿੰਗ ਨੇ ਇੱਕ ਬਿਆਨ ਦਿੱਤਾ, ਕਹਿੰਦੇ ਜਿਨ੍ਹਾਂ ਨੇ ਜਾਣਾ ਉਹ ਜਾ ਸਕਦੇ ਨੇ ਸੱਜਣ। ਇਸ ਦੇ ਨਾਲ ਹੀ ਉਹਨਾਂ ਨੇ ਇੱਕ ਹੋਰ ਦਾਅਵਾ ਕੀਤਾ ਕਿ ਆਪਾਂ ਵੀ 18 ਤੋਂ 2027 ਦੇ ਵਿਚਕਾਰ 95 ਸੀਟਾਂ ਦੇ ਵਿਚਕਾਰ ਨਿਤਰ ਕੇ ਆਵਾਂਗੇ ਤੇ ਆਪਣੀ ਸਰਕਾਰ ਬਣਾਵਾਂਗੇ। ਇਹ ਬੜੀਆਂ ਗੱਲਾਂ ਕਰਦਾ ਨਾ, ਜਿਹੜਾ ਪਹਿਲਾਂ ਤਾਂ ਰਾਜਾ ਰੂਜਾ ਹੈ ਹੀ ਕੋਈ ਨਹੀਂ। ਇਹ ਬਰਨਾਲੇ ਵੀ ਉਦੋਂ ਗੱਲ ਕਰਦਾ ਸੀ ਕਿ ਮੈਂ ਇਸ ਤਰ੍ਹਾਂ ਦੀ ਗੱਲ ਵੀ 25,000 ਵੋਟ ਨਹੀਂ ਮਿਲਦੀ, ਕੋਈ ਗੱਲ ਨਹੀਂ, ਰਿਜ਼ਲਟ ਤਾਂ 26 ਤਰੀਕ ਨੂੰ ਪਤਾ ਹੀ ਲੱਗ ਜਾਣਾ। ਦੂਜੀ ਗੱਲ, ਇਹ ਸਾਡਾ ਛੋਟਾ ਭਰਾ ਆ ਵਿਸ਼ਵ ਗੁੱਡ ਲੱਕ, ਇਹ ਤਾਂ ਰਿਜ਼ਲਟ ਤਾਂ ਸਾਹਮਣੇ ਆ ਜਾਣੇ ਵੀ 95 ਆਉਣੇ ਆ ਜਾਂ ਕਿੰਨੀਆਂ ਆਉਣੀਆਂ ਨੇ। ਸੋ ਜੋ ਰਾਜਾ ਜੀ ਕਹਿ ਰਹੇ ਵਿਸ਼ਵ ਗੁੱਡ ਲੱਕ। ਮੈਂ ਤਾਂ ਇਹ ਕਹਾਂਗਾ ਜੀ ਕਿ ਇਸ ਵੇਲੇ ਕਾਂਗਰਸ ਦੀ ਹਾਲਤ ਬਹੁਤ ਪਤਲੀ ਹੈ। ਠੀਕ ਹੈ, ਨੌਜਵਾਨ ਲੜਕਾ ਹੈ, ਉਹਨੂੰ ਸ਼ੌਕ ਹੈ ਕੰਮ ਕਰਨ ਦਾ ਜਾਂ ਓਵਰ ਐਕਸਾਈਟਡ ਹੈ ਕਿ ਵੀ ਉਹ ਕੁਛ ਨਾ ਕੁਛ ਕਾਂਗਰਸ 'ਚ ਜਿਹੜੀ ਰੂਹ ਫੂਕਣ ਦੀ ਕੋਸ਼ਿਸ਼ ਕਰੇਗਾ। ਲੇਕਿਨ ਕਾਂਗਰਸ ਇੱਕ ਉਸ ਹਾਲਾਤ ਤੇ ਆ ਚੁੱਕੀ ਹੈ ਜਿੱਥੇ ਵੈਂਟੀਲੇਟਰ ਤੇ ਲੱਗੀ ਹੋਈ ਹੈ। ਇਹ 18 ਦੀਆਂ 8 ਤਾਂ ਰਹਿ ਜਾਣ ਤੇ ਡਬਲ ਫਿਗਰ 'ਚ ਤਾਂ ਆਉਂਦੀ ਨਹੀਂ ਅਗਲੀ ਦਫਾ। ਲੋਕ ਸਭਾ ਸੰਗਰੂਰ ਦੀ ਹਲਕੇ ਦੀ ਗੱਲ ਕਰਦੇ ਨੇ। ਰਾਣਾ ਸਾਹਿਬ, ਤੁਹਾਨੂੰ ਕੀ ਲੱਗਦਾ, ਕਿਉਂਕਿ ਤੁਸੀਂ ਹੁਣ ਡੋਰ ਟੂ ਡੋਰ ਕੈਂਪੇਨ ਕਰ ਰਹੇ ਹੋ, ਬਹੁਤ ਕੁਝ ਕਰ ਰਹੇ ਹੋ, ਤੁਹਾਨੂੰ ਕੀ ਲੱਗਦਾ ਇਸ ਵੇਲੇ ਕਿਹੜੀ ਚੀਜ਼ਾਂ ਸਾਹਮਣੇ ਆ ਰਹੀਆਂ ਨੇ, ਲੋਕਾਂ ਦੀ ਸਾਹਮਣੇ ਆ ਰਹੀਆਂ, ਲੋਕ ਕਹਿ ਰਹੇ ਨੇ ਕਿ ਇਹ ਚੀਜ਼ਾਂ ਚਾਹੀਦੀਆਂ ਨੇ, ਉਹ ਮੁੱਦੇ ਤੁਸੀਂ ਅੱਗੇ ਲੈ ਕੇ ਜਾਓ? ਦੇਖੋ, ਲੋਕਾਂ ਨੇ ਕੁਝ ਮੁੱਦੇ, ਜਿਵੇਂ ਪਾਣੀ ਦਾ ਮੁੱਦਾ ਹੈ, ਇੱਥੇ ਦੀ ਡਿਵੈਲਪਮੈਂਟ ਜਿਹੜੀ ਹੈ ਸੰਗਰੂਰ ਦੀ, ਅੱਜ 8 ਸਾਲ ਹੋ ਗਏ, ਭਗਵੰਤ ਮਾਨ ਜੀ ਨੇ ਕਦੀ ਕੋਈ ਇੱਥੇ ਕੰਮ ਕੀਤਾ? ਕੋਈ ਉਹਨਾਂ ਨੇ ਕੋਈ ਪ੍ਰੋਜੈਕਟ ਲਿਆਉਣ ਦਾ ਕੋਈ ਬਿਆਨ ਵੀ ਦਿੱਤਾ ਹੈਗਾ? ਪਾਰਲੀਮੈਂਟ ਸੰਸਦ ਦੇ ਵਿੱਚ ਉਹਨਾਂ ਦੀਆਂ ਸਪੀਚਾਂ ਕਢਾ ਕੇ ਵੇਖੋ ਵੀ ਉਹਨਾਂ ਨੇ ਕਦੀ ਕੋਈ ਸੰਗਰੂਰ ਦੇ ਬਾਰੇ ਗੱਲ ਕੀਤੀ? ਕੇਵਲ ਸਿੰਘ ਢਿੱਲੋਂ ਜੀ ਨੇ ਕਿਹਾ ਵੀ ਮੈਂ ਇੱਥੇ ਕਾਰਗੋ ਟਰਾਂਸਪੋਰਟ ਜਿਹੜੀ ਹੈ 에ਅਰ ਬੇਸ ਅਸੀਂ ਇੱਥੇ ਬਣਾਵਾਂਗੇ, ਟਰਮੀਨਲ ਬਣਾਵਾਂਗੇ। ਉਹ ਜਿਹੜਾ ਟਰਮੀਨਲ ਹੈਗਾ ਉਹਦੇ ਨਾਲ ਗਰੀਬਾਂ ਨੂੰ ਨੌਕਰੀ ਮਿਲਣੀ ਹੈ, ਕਿਸਾਨਾਂ ਦੇ ਜਿਹੜੀ ਫਸਲ ਹੈ ਉਹ ਜਿਹੜੀ ਹੈ ਕਈ ਥਾਵਾਂ ਤੇ ਪਹੁੰਚਣ, ਜਿਹੜੇ ਪੈਰੀਸ਼ੇਬਲ ਗੁੱਡਸ ਨੇ, ਫਰੂਟਸ ਨੇ, ਵੈਜੀਟੇਬਲਸ ਨੇ, ਜਿਹੜੀਆਂ ਫਸਲਾਂ ਜਲਦੀ ਖਰਾਬ ਹੋ ਜਾਂਦੀਆਂ ਨੇ, ਔਰ ਜਿਹੜਾ ਕਿ ਇਸ ਇਲਾਕੇ ਦਾ ਬਹੁਤ ਵੱਡਾ ਉਹਨਾਂ ਦਾ ਉਤਪਾਦਨ ਹੈ, ਉਹਨਾਂ ਦੀ ਪ੍ਰੋਡਕਸ਼ਨ ਹੈ। ਸੋ ਮੈਨੂੰ ਤਾਂ ਇਹ ਨਹੀਂ ਸਮਝ ਆ ਰਹੀ ਵੀ ਭਗਵੰਤ ਮਾਨ ਜੀ ਦੀ ਪਿਛਲੇ 8 ਸਾਲਾਂ 'ਚ ਕਾਰਗੁਜ਼ਾਰੀ ਕੀ ਹੋਈ ਹੈ, ਕੀ ਉਹਨਾਂ ਨੇ ਕੀਤਾ ਹੈ। ਤਾਂ ਇੱਥੇ ਸਾਰੇ ਹੀ ਮੁੱਦੇ ਨੇ, ਲੋਕਾਂ ਬੇਰੁਜ਼ਗਾਰੀ ਦੇ ਵੀ ਮੁੱਦੇ ਨੇ ਇੱਥੇ। ਕਿਆ ਕੋਈ ਪਬਲਿਕ ਸੈਕਟਰ ਦੀ ਉਹਨਾਂ ਨੇ ਇੱਥੇ ਇੰਡਸਟਰੀ ਲਾਉਣ ਦੀ ਕੋਈ ਤਜਵੀਜ਼, ਮੰਨਿਆ ਕਿ ਸਰਕਾਰ ਉਹਨਾਂ ਦੀ ਨਹੀਂ ਹੈਗੀ, ਲੇਕਿਨ ਕੋਈ ਤਜਵੀਜ਼ ਵੀ ਉਹਨਾਂ ਨੇ ਪ੍ਰੈਜ਼ੈਂਟ ਕੀਤੀ ਹੈ? ਇੱਥੇ ਹੁਣ ਆਲ ਇੰਡੀਆ ਮੈਡੀਕਲ ਇੰਸਟੀਚਿਊਟ ਦਾ ਜਿਹੜਾ ਏਮਜ਼ ਆ ਰਿਹਾ ਹੈਗਾ, ਉਹਦੀ ਜਿਹੜੀ ਸ਼ੁਰੂਆਤ ਯਾਨੀ ਕਿ ਕੰਪਲੀਟ ਹੋ ਚੁੱਕਾ ਹੈ। ਢਿੱਲੋਂ ਸਾਹਿਬ ਦੇ MP ਬਣਨ ਦੇ ਨਾਲ ਉਹ ਫੁੱਲ ਫਲੈਜ ਚੱਲ ਜਾਏਗਾ। ਇਹ ਬਹੁਤ ਵੱਡਾ ਇੱਕ ਲੋਕਾਂ ਦਾ ਮੁੱਦਾ ਹੈਗਾ, ਬਹੁਤ ਵੱਡੀ ਇੱਕ ਲੋਕਾਂ ਦੀ ਜ਼ਰੂਰਤ ਹੈਗੀ ਹੈ, ਗਰਾਊਂਡ ਵਾਟਰ ਦੀ ਬੜੀ ਜ਼ਰੂਰਤ ਹੈਗੀ ਹੈ। ਸੋ ਇਸ ਤਰ੍ਹਾਂ ਦੇ ਕਰਕੇ ਜਿਹੜੇ ਕੁਝ ਐਸੇ ਕੰਮ ਨੇ, ਜਿਹੜਾ 에ਅਰ ਟਰਮੀਨਲ ਦੀ ਗੱਲ ਕਰ ਰਹੇ ਹਾਂ, ਉਹ ਢਿੱਲੋਂ ਸਾਹਿਬ ਨੇ ਕਹਿਤਾ ਹੈਗਾ, ਸੈਂਟਰ 'ਚ ਗੱਲ ਵੀ ਹੋ ਗਈ ਹੈਗੀ ਹੈ, ਔਰ ਇਸ ਚੀਜ਼ ਤੇ ਵਿਚਾਰ ਇਹਨਾਂ ਨੇ ਚਿੱਠੀ ਵੀ ਲਿਖਤੀ ਹੈ ਸਿਵਲ ਏਵੀਏਸ਼ਨ ਮਿਨਿਸਟਰ ਨੂੰ, ਪ੍ਰਧਾਨ ਮੰਤਰੀ ਜੀ ਨੂੰ ਵੀ ਲਿਖਿਆ। ਇਸ ਤਰ੍ਹਾਂ ਦੇ ਜਿਹੜਾ ਸੰਸਦ ਦਾ ਕੰਮ ਹੈ ਕਿ ਜਿਹੜੀਆਂ ਕੋਈ ਐਸੀਆਂ ਚੀਜ਼ਾਂ, ਕੁਝ ਐਸੇ ਪ੍ਰੋਜੈਕਟ ਲਿਆਂਦੇ ਜਾਣ ਜਿਹਦੇ ਨਾਲ ਲੋਕਾਂ ਨੂੰ ਸਹੂਲਤਾਂ ਮਿਲਣ। ਪੰਚਾਇਤ ਮੰਤਰੀ ਧਾਲੀਵਾਲ ਨੂੰ ਸੰਮਨ ਜਾਰੀ ਹੋਇਆ ਹੈ ਖਰਕੋਟ ਦੇ ਵੱਲੋਂ, 25 ਜੁਲਾਈ ਤੱਕ ਆਉਣਾ ਹੈ। ਸਿਸਵਾ ਦੇ ਨੇੜੇ ਜੇ ਜ਼ਮੀਨ ਨੂੰ ਲੈ ਕੇ ਉਹਨਾਂ ਨੇ ਉਹ ਕੀਤਾ ਸੀ, ਲੇਕਿਨ ਹੁਣ ਇਸ ਦੇ ਵਿੱਚ ਅਮਨ ਅਰੋੜਾ ਜੀ ਕਹਿੰਦੇ ਨੇ ਕਿ ਅਜਿਹੇ ਕੇਸ ਹੁੰਦੇ ਨੇ ਤਾਂ ਸਾਨੂੰ 10 ਕੇਸ ਮਨਜ਼ੂਰ ਨੇ। ਉੱਤੇ ਸੁਖਪਾਲ ਸਿੰਘ ਖਹਿਰਾ ਕਹਿੰਦੇ ਵਾਹ ਲੁੱਟਣ ਲਈ ਜੋ ਤੁਸੀਂ ਕੰਮ ਕੀਤਾ ਸੀ, ਇਹ ਦੇਖ ਲਓ ਹੁਣ ਨਤੀਜਾ ਕੀ ਹੈ। ਦੇਖੋ, ਇਹ ਜਿਹੜੀਆਂ ਚੀਜ਼ਾਂ ਨੇ ਪਹਿਲਾਂ ਆਪਦੀ ਪੀੜ੍ਹੀ ਥੱਲੇ ਸੋਟਾ ਫੇਰਨਾ ਚਾਹੀਦਾ। ਆਮ ਆਦਮੀ ਪਾਰਟੀ ਦੇ ਕਈ ਬੰਦੇ ਜਿਹੜੇ ਨੇ, ਜਿਨ੍ਹਾਂ ਦੀਆਂ ਕੋਈ ਐਸੀਆਂ ਇਨਵੋਲਵਮੈਂਟਸ ਨੇ, ਉਹਦੀ ਘੋਖ ਕਰਨੀ ਚਾਹੀਦੀ ਹੈ। ਪਹਿਲਾਂ ਆਪਦੇ ਘਰ ਨੂੰ ਸੰਭਾਲਣ, ਫਿਰ ਬਾਕੀ ਗੱਲਾਂ ਕਰਨ। ਹੁਣ ਤੁਹਾਡੇ ਸਾਹਮਣੇ ਕੋਰਟ ਨੇ ਸੰਮਨ ਕਰ ਲਿਆ, ਕੋਰਟ ਇਨਵੈਸਟੀਗੇਸ਼ਨ ਕਰੇਗੀ, ਕੋਰਟ ਨੂੰ ਦੱਸਣ ਵੀ ਕੀ ਕਿਉਂ ਇਹ ਗੱਲ ਹੋਈ ਹੈ, ਕਿਉਂ ਉਹਨਾਂ ਨੇ ਕਬਜ਼ਾ ਕੀਤਾ ਹੈ, ਵਾਟ ਇਜ਼ ਦੀ ਰੀਜ਼ਨ ਬਿਹਾਈਂਡ ਇਟ, ਕਿ ਕਿੰਨੀ ਦੇਰ ਤੋਂ ਚੱਲ ਰਿਹਾ ਹੈਗਾ। ਇਹ ਸਾਰੀਆਂ ਚੀਜ਼ਾਂ ਲੋਕਾਂ ਦੇ ਸਾਹਮਣੇ ਆਉਣਗੀਆਂ। ਢਿੱਲੋਂ ਸਾਹਿਬ, ਕਾਂਗਰਸ ਦੇ ਸਾਧੂ ਸਿੰਘ ਧਰਮਸੋਤ, ਸੰਗਤ ਸਿੰਘ ਗਿੱਲ ਜੀ ਅਤੇ ਹੁਣ ਆਸ਼ੂ ਦੇ ਆਲੇ ਦੁਆਲੇ ਵੀ ਵਿਜੀਲੈਂਸ ਦੀ ਜਾਂਚ ਜੇ ਹੈ ਘੁੰਮ ਰਹੀ ਹੈ, ਉਹਨੂੰ ਕਿਵੇਂ ਵੇਖਦੇ ਹੋ? ਕਿਤੇ ਨਾ ਕਿਤੇ ਤੁਹਾਨੂੰ ਨਹੀਂ ਲੱਗਦਾ ਕਿ ਹੁਣ ਇਤਨੇ ਜਾਂਚ ਹੋ ਰਹੀ ਹੈ, 2000 ਕਰੋੜ ਹੈਗਾ, ਅਗਰ ਇਹੀ 2000 ਕਰੋੜ ਆਈ ਥਿੰਕ ਸਰਕਾਰੀ ਬੈਂਕ ਦੇ ਵਿਚਕਾਰ ਹੁੰਦਾ ਹੈ, ਸਰਕਾਰੀ ਖਜ਼ਾਨੇ ਦੇ ਵਿਚਕਾਰ ਹੁੰਦਾ ਤਾਂ ਲੋਕਾਂ ਦਾ ਭਲਾ ਹੋ ਸਕਦਾ ਸੀ। ਦੇਖੋ, ਇਸ ਵੇਲੇ ਜਿੰਨੀ ਦੇਰ ਕੋਈ ਵੀ ਇਨਸਾਨ ਗਿਲਟੀ ਪ੍ਰੂਵ ਨਹੀਂ ਹੁੰਦਾ, ਇਹ ਸਾਰੀਆਂ ਫਿਗਰਾਂ ਨੇ।
ਮੈਂ ਤਾਂ ਇਸ ਗੱਲ 'ਚ ਵਿਸ਼ਵਾਸ ਕਰਦਾ ਕਿ ਜੇ ਕਿਸੇ ਨੇ ਗਲਤ ਕੀਤਾ ਤਾਂ ਉਹਨੂੰ ਟੰਗ ਦਿਓ। ਜੇ ਤੁਸੀਂ ਵੈਂਡੇਟਾ ਕਰਕੇ ਸਿਰਫ ਪੋਲਿਟਿਕਸ ਦੀ ਵੈਂਡੇਟਾ ਕਿਸੇ ਨੂੰ ਜਾਣ ਕੇ ਬਦਲਾਖੋਰੀ ਦੇ ਲਈ ਜਿਹੜੀ ਇਹ ਸਿਆਸਤ ਆ, ਮੈਂ ਇਹਦੇ ਬਹੁਤ ਖਿਲਾਫ ਆ। ਜਿਹੜੀ ਮੇਰੀ ਰਾਜਨੀਤੀ ਆ, ਮੈਂ ਸਪਸ਼ਟ ਸਾਫ਼ ਸੁਥਰੀ ਰਾਜਨੀਤੀ 'ਚ ਵਿਸ਼ਵਾਸ ਕਰਦਾ। ਮੈਂ ਲੋਕਾਂ ਦੇ ਕੰਮਾਂ ਦੇ ਲਈ, ਵਿਕਾਸ ਦੇ ਕੰਮਾਂ ਲਈ, ਆਪਣੇ ਏਰੀਆ ਦੇ ਕੰਮਾਂ ਲਈ, ਜਿਵੇਂ ਕਿ ਸੋਢੀ ਸਾਹਿਬ ਨੇ ਕਿਹਾ ਪਾਰਲੀਮੈਂਟੇਰੀਅਨ ਦਾ ਕੰਮ ਹੁੰਦਾ ਕਿ ਆਪਣੇ ਇਲਾਕੇ ਦੇ ਵਿੱਚ ਅਮਨ ਸ਼ਾਂਤੀ, ਜੇ ਇੱਥੇ ਕੋਈ ਗਲਤ ਚੀਜ਼ ਹੁੰਦੀ ਆ ਤਾਂ ਸਾਰੇ ਇਲਾਕੇ ਦੇ ਸੈਂਟਰ ਗਵਰਨਮੈਂਟ ਦੀ ਤੇ ਸਟੇਟ ਗਵਰਨਮੈਂਟ ਦੀ ਹੈਲਪ ਦੇ ਨਾਲ ਉਹਨੂੰ ਸਾਫ਼ ਸੁਥਰਾ ਵਧੀਆ ਇਨਸਾਫ ਮਿਲੇ। ਸੋ ਇਹ ਲੋਕ ਜਿਹੜੇ ਉੱਧਰੋਂ ਭੜਕ ਜਾਂਦੇ ਆ ਮੁੱਦਿਆਂ ਤੋਂ, ਤਾਂ ਫਿਰ ਇਸ ਤਰ੍ਹਾਂ ਇੱਕ ਦੂਜੇ ਨਾਲ ਬਦਲਾਖੋਰੀ ਦੇ ਗੱਲਾਂ ਸ਼ੁਰੂ ਕਰ ਦਿੰਦੇ। ਢਿੱਲੋਂ ਸਾਹਿਬ, ਤੁਸੀਂ ਸੀਟ ਸੰਗਰੂਰ ਸੀਟ ਤੋਂ ਵੀ ਰਹੇ ਹੋ, ਬਰਨਾਲਾ ਸੀਟ ਤੋਂ ਵੀ ਰਹੇ ਹੋ, ਲੋਕਾਂ ਦੇ ਵਿਚਕਾਰ ਹੁਣ ਜਾ ਰਹੇ ਹੋ, ਤਾਂ ਲੋਕਾਂ ਦੇ ਵਿਚਕਾਰ ਜੋ ਸੰਦੇਸ਼ ਤੁਸੀਂ ਦੇ ਰਹੇ ਹੋ ਉਹ ਸੰਦੇਸ਼ ਕੀ ਹੈ? ਦੋ ਬੜੇ ਵੱਡੇ ਸੰਦੇਸ਼, ਮੈਂ ਤਾਂ ਦੋ ਮੁੱਦਿਆਂ ਤੇ ਲੜਾਈ ਲੜ ਰਿਹਾ। ਪਹਿਲਾ ਮੁੱਦਾ ਕਾਨੂੰਨ ਅਵਸਥਾ। ਮੈਂ ਪਹਿਲਾਂ ਕਹਿ ਕੇ ਹਟਿਆ ਕਿ ਹਰ ਰੋਜ਼ ਪੰਜਾਬ ਦੇ ਵਿੱਚ ਕਤਲ ਹੁੰਦਾ, ਕਤਲੇਆਮ ਹੋ ਗਿਆ। ਉਹਦੇ ਲਈ ਪੰਜਾਬ ਸਰਕਾਰ, ਜਿਹੜੀ ਸਰਕਾਰ ਹੁੰਦੀ ਉਹ ਜ਼ਿੰਮੇਵਾਰ ਹੁੰਦੀ ਆ। ਉਹਨੂੰ ਦੇਖਣਾ ਚਾਹੀਦਾ ਵੀ ਕੀ ਗੱਲ ਆ। ਨੰਬਰ 2, ਪੰਜਾਬ ਦੀ ਮਾਲੀ ਹਾਲਤ ਇਸ ਵੇਲੇ ਪੰਜਾਬ ਦੀ ਹਾਲਾਤ ਬਹੁਤ ਮਾੜੇ ਨੇ। ਇਸ ਨੂੰ ਜਿਹੜੀ ਆਰਥਿਕ ਹਾਲਤ ਉਹਨੂੰ ਸੁਧਾਰਨ ਦੇ ਲਈ ਸਿਰਫ ਤੇ ਸਿਰਫ ਸੈਂਟਰ ਦੀ ਸਰਕਾਰ ਭਾਰਤੀ ਜਨਤਾ ਪਾਰਟੀ ਇਸ ਨੂੰ ਠੀਕ ਕਰ ਸਕਦੀ ਆ। ਸੋ ਇਸ ਕਰਕੇ ਜੇ ਮੈਨੂੰ ਚੁਣ ਕੇ ਉੱਥੇ ਭੇਜਣਗੇ ਤਾਂ ਆਪਣੇ ਇਲਾਕੇ ਲਈ ਨਹੀਂ, ਪੰਜਾਬ ਦੇ ਲਈ ਇਸ ਵੇਲੇ ਸੈਂਟਰ ਸਰਕਾਰ ਤੋਂ ਵੱਡੀਆਂ ਗ੍ਰਾਂਟਾਂ ਤੇ ਵੱਡੀ ਇੰਡਸਟਰੀ ਲੈ ਕੇ ਆ। ਸੁਖਬੀਰ ਸਿੰਘ ਬਾਦਲ ਦਾ ਇੱਕ ਟਵੀਟ ਸੀਗਾ, ਉਹਨਾਂ ਨੇ ਕਿਹਾ ਕਾਨੂੰਨ ਵਿਵਸਥਾ ਖਰਾਬ ਹੈ, ਇਸ ਵਾਸਤੇ ਆਰਥਿਕ ਉਸ ਨੂੰ ਲੈ ਕੇ ਜੋ ਹੈ ਮਾਲੀ ਹਾਲਤ ਪੰਜਾਬ ਦੀ ਖਰਾਬ ਹੋ ਸਕਦੀ ਹੈ। ਮਾਲੀ ਹਾਲਤ ਹੋ ਨਹੀਂ ਸਕਦੀ, ਮਾਲੀ ਹਾਲਤ ਹੋਈ ਵੀ ਆ, ਬਹੁਤ ਬੁਰਾ ਹਾਲਤ 3 ਮਹੀਨਿਆਂ 'ਚ। ਅਗਲੇ ਮਹੀਨੇ ਮੈਨੂੰ ਨਹੀਂ ਲੱਗਦਾ ਕੋਈ ਇਹਨਾਂ ਨੂੰ ਲੋਕਾਂ ਨੂੰ ਤਨਖਾਹਾਂ ਮਿਲ ਵੀ ਜਾਣਗੀਆਂ। ਸੋ ਇਹ ਬਹੁਤ ਮਾੜਾ ਹਾਲ ਹੈ। ਕਾਨੂੰਨ ਵਿਵਸਥਾ ਤੇ ਆਰਥਿਕ ਹਾਲਤ ਬਹੁਤ ਮਾੜੀ, ਮਤਲਬ ਉਹ ਤਾਂ ਜਿਵੇਂ ਆਪਾਂ ਕਹਿੰਦੇ ਹਾਂ ਕਿ ICU 'ਚ ਆ। ਤੁਹਾਨੂੰ ਦੱਸਦੀ ਹੈ ਕਿ ਦੋ ਵੱਡੇ ਮੁੱਦੇ ਨੇ ਜਿਸ ਨੂੰ ਲੈ ਕੇ ਕੇਵਲ ਸਿੰਘ ਢਿੱਲੋਂ ਮੈਦਾਨ ਦੇ ਵਿੱਚ ਨਿਤਰੇ ਨੇ ਤੇ ਕਹਿੰਦੇ ਨੇ ਕਿ ਇਹ ਦੋ ਮੁੱਦਿਆਂ ਨੂੰ ਲੈ ਕੇ ਜੇ ਹੈ ਚੋਣ ਪ੍ਰਚਾਰ ਕਰਨੇ, ਲੋਕਾਂ ਦਾ ਸਾਥ ਚਾਹੀਦਾ। ਕੈਮਰਾਮੈਨ ਰੋਹਿਤ ਦੇ ਨਾਲ ਨੀਰੂ ਬਿਜਲਵਾਨ, ਦੈਨਿਕ ਸਵੇਰਾ ਟੀਵੀ। ਬਾਬਾ ਯਾਮੀਨ ਬੰਗਾਲੀ 골ਡ ਮੈਡਲਿਸਟ ਤੁਹਾਡੇ ਸ਼ਹਿਰ 'ਚ ਪਹਿਲੀ ਵਾਰ ਅਦਭੁਤ ਸ਼ਕਤੀ ਚਮਤਕਾਰ ਵੇਖੋ। ਦੇਸ਼ ਵਿਦੇਸ਼ ਬੈਠੇ ਸਾਨੂੰ WhatsApp ਤੇ ਵੀ ਕਾਲ ਕਰ ਸਕਦੇ ਨੇ। ਘਰ ਬੈਠੇ 11 ਮਿੰਟਾਂ 'ਚ 101% ਦੀ ਗਾਰੰਟੀ ਨਾਲ ਸਮਾਧਾਨ। ਵਸ਼ੀਕਰਨ ਅਤੇ ਮੁਠਕਰਨੀ ਦੇ ਮਾਹਿਰ, ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ। ਨੌਕਰੀ, ਪ੍ਰਮੋਸ਼ਨ, ਕਾਰੋਬਾਰ 'ਚ ਪਰੇਸ਼ਾਨੀ, ਘਰ 'ਚ ਝਗੜਾ, ਬਰਕਤ, ਔਲਾਦ ਕਹਿਣੇ ਤੋਂ ਬਾਹਰ ਹੋਣਾ, ਕੋਰਟ ਕੇਸ, ਤਲਾਕ, ਪ੍ਰਾਪਰਟੀ ਡਿਸਪਿਊਟ, ਗੁਪਤ ਰੋਗ, ਪੁਰਾਣਾ ਦਰਦ, ਪਤੀ ਪਤਨੀ ਚੰਬਨ, ਜਾਦੂ ਟੋਣਾ, ਮਨਮੋੜੀ ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਸਦਾ ਲਈ ਰੁੱਸੇ ਨੂੰ ਮਨਾਉਣਾ, ਪਿਆਰ ਮੁਹੱਬਤ। ਬਾਬਾ ਯਾਮੀਨ ਬੰਗਾਲੀ 96 435 032 21।